ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਜਦੋਂ ਅਸੀਂ ਬਿਜ਼ਨੈਸਿਸ ਦੀ ਗੱਲ ਕਰਦੇ ਹਾਂ ਤਾਂ ਕੋਵਿਡ ਨੇ ਇਸ ਸਾਲ ਬਹੁਤ ਵੱਡਾ ਇੰਪੈਕਟ ਪਾਇਆ ਹੈਗਾ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੈ। ਪਰ ਅਸੀਂ ਜਦੋਂ BC ਦੀ ਗੱਲ ਕਰਦੇ ਹਾਂ, BC 'ਚ ਰਹਿੰਦੇ ਹਾਂ ਤਾਂ BC ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ। ਉਸ ਦੇ ਵਿੱਚ ਇਹ ਕਿਹਾ ਗਿਆ ਕਿ ਤਕਰੀਬਨ 13-14 ਹਜ਼ਾਰ ਜਿਹੜੀਆਂ ਜੌਬਸ ਨੇ ਉਹ ਐਡ ਹੋਈਆਂ ਦਸੰਬਰ ਦੇ ਮਹੀਨੇ ਦੇ ਵਿੱਚ, ਵਿਚ ਇਜ਼ ਵੈਰੀ ਗੁੱਡ ਨਿਊਜ਼। ਪਰ ਉਹ ਕਿੱਥੇ ਐਡ ਹੋਈਆਂ ਨੇ? ਉਹ ਨੇ ਕੰਸਟਰਕਸ਼ਨਸ ਦੇ ਵਿੱਚ ਜਾਂ ਫਿਰ ਹੈਲਥ ਸਰਵਿਸਿਜ਼ ਦੇ ਵਿੱਚ। ਬਾਕੀਆਂ ਦਾ ਕੀ? ਤੇ ਉਹਨਾਂ ਨੇ ਕਿਹਾ ਨਾਲ ਨਾਲ ਕਿ ਸਭ ਤੋਂ ਜ਼ਿਆਦਾ ਧੱਕਾ ਲੱਗਿਆ ਰੈਸਟੋਰੈਂਟ ਇੰਡਸਟਰੀ ਨੂੰ। ਰੈਸਟੋਰੈਂਟ ਇੰਡਸਟਰੀ ਜਿਹੜੀ ਹੈ ਉਹ 10% ਜਿਹੜੀ ਆ ਉਹ ਲੋਕਾਂ ਨੇ ਸਿਰਫ ਤੇ ਸਿਰਫ ਕੈਨੇਡਾ ਦੇ ਵਿੱਚ 10% ਉਹ ਲੋਕ ਨੇ ਜਿਨ੍ਹਾਂ ਨੇ ਪਰਮਾਨੈਂਟਲੀ ਆਪਣੇ ਰੈਸਟੋਰੈਂਟਸ ਬੰਦ ਕਰ ਦਿੱਤੇ ਨੇ ਤੇ ਉਹ ਖੋਲ੍ਹਣ ਦੀ ਵਿਚਾਰ ਵੀ ਨਹੀਂ ਕਰ ਰਹੇ। ਪਰ ਬਾਕੀ ਦੇ ਜਿਹੜੇ 90% ਰਹਿ ਗਏ ਨੇ ਉਹਦੇ ਚੋਂ ਕੁਝ ਕੁ % ਇਹੋ ਜਿਹੇ ਨੇ ਜਿਹੜੇ ਸੋਚ ਰਹੇ ਨੇ ਬੰਦ ਕਰਨ ਦੇ ਲਈ ਜਾਂ ਹੋਰ ਜਿਹੜੇ ਆਈਡੀਆਜ਼ ਨੇ ਉਹਨਾਂ ਬਾਰੇ ਸੋਚ ਰਹੇ ਨੇ ਜਾਂ EMPLOYEES ਨੂੰ ਘਟਾ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਬਹੁਤ ਸਾਰੀਆਂ ਚੀਜ਼ਾਂ ਸਾਡੇ ਵਿੱਚ ਵੀ ਜਦੋਂ ਅਸੀਂ ਬਾਹਰ ਹੁੰਦੇ ਆ ਤਾਂ ਚੇਂਜ ਹੋਈਆਂ ਨੇ। ਕੀ ਕੁਝ ਚੇਂਜ ਹੋਇਆ? ਕਿਸ ਤਰ੍ਹਾਂ ਰੈਸਟੋਰੈਂਟ ਇੰਡਸਟਰੀ ਜਿਹੜੀ ਆ ਉਹ ਸਰਵਾਈਵ ਕਰ ਸਕਦੀ ਹੈ? ਸੋ ਅੱਜ ਇਸ ਟੌਪਿਕ ਦੇ ਉੱਤੇ ਗੱਲਬਾਤ ਹੋਵੇਗੀ ਤੇ ਇਸ ਟੌਪਿਕ ਦੇ ਉੱਤੇ ਗੱਲਬਾਤ ਹੋਵੇਗੀ ਆਮਿਰ ਹਸਨ ਦੇ ਨਾਲ, ਜੋ ਕਿ ਬਿਜ਼ਨਸ ਕੰਸਲਟੈਂਟ ਵੀ ਨੇ। ਹੌਸਪਿਟੈਲਿਟੀ ਦੇ ਨਾਲ ਉਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ, ਹਿਸਟਰੀ ਰਹੀ ਆ ਉਹਨਾਂ ਦੀ, ਉਸ ਇੰਡਸਟਰੀ ਦੇ ਨਾਲ ਰਹੇ ਨੇ ਤੇ ਨਾਲ ਨਾਲ ਆਸਕਰ ਇੰਟਰਨੈਸ਼ਨਲ ਕਾਲਜ ਦੇ ਵਿੱਚ ਉਹ ਸਟਰਕਚਰਿੰਗ ਬਿਜ਼ਨਸ ਜਿਹੜੀ ਹੈਗੀ ਆ ਉਹਦੇ ਲਈ ਕੰਮ ਕਰਦੇ ਨੇ। ਤੇ ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਕੁਝ ਹੋ ਰਿਹਾ ਰੈਸਟੋਰੈਂਟ ਇੰਡਸਟਰੀ ਦੇ ਵਿੱਚ। ਸੋ ਮਿਸਟਰ ਹਸਨ, ਵੈਲਕਮ। Thank you so much, and I'm happy to be here. Sat Sri Akal to everyone. ਅੱਜ ਦੀ ਤਰੀਕ 'ਚ ਤੁਸੀਂ ਬੜਾ ਅੱਛਾ ਇੰਟਰੋ ਦਿੱਤਾ ਹੈ। The closure actually ਜਿਹੜਾ restaurants ਦਾ 10% closure which is devastating ਕਿਉਂਕਿ ਇਹਦੇ ਨਾਲ ਬਹੁਤ ਸਾਰੀ ਫੈਮਲੀਜ਼ ਜਿਹੜਾ ਆਪਣਾ ਜਦ ਬੱਚੇ ਕੰਮ ਕਰਦੇ ਸੀ, ਫੈਮਲੀਜ਼ ਕੰਮ ਕਰਦੀਆਂ ਸਨ, ਉਹਨਾਂ ਨੂੰ ਇਫੈਕਟ ਪਿਆ, ਸਪੈਸ਼ਲੀ the business loss. But this could have been avoided. Unfortunately ਸਾਡੇ ਮਿਡ ਸਕੇਲ ਤੇ ਸਮਾਲ ਸਕੇਲ ਰੈਸਟੋਰੈਂਟ 'ਚ ਡੇ ਟੂ ਡੇ ਦੀ ਪਲੈਨਿੰਗ ਚੱਲਦੀ ਹੈ। ਅਸੀਂ ਐਡਵਾਂਸ ਬਿਜ਼ਨਸ ਪਲੈਨਿੰਗ ਨਹੀਂ ਕਰਦੇ। ਬਿਲਕੁਲ ਬਿਲਕੁਲ। ਉਸ ਕਰਕੇ ਜਦੋਂ ਇੰਪੈਕਟ ਆਉਂਦਾ ਹੈ, ਕਿਸੇ ਕਿਸਮ ਦਾ ਕੈਟਾਸਟ੍ਰੋਫਿਕ ਇੰਪੈਕਟ ਆਉਂਦਾ ਹੈ, ਕੋਈ ਫਲੱਡ ਆ ਜਾਂਦਾ ਹੈ ਜਾਂ ਕਿਸੇ ਹੋਰ ਕਿਸਮ ਦੀ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਹੈ, ਤੇ ਉਹਦੇ ਬਾਰੇ 'ਚ ਅਸੀਂ ਵੀ ਆਰ ਨਾਟ ਵੈਰੀ ਥਾਟਫੁਲ ਦੈਟ ਵੀ ਹੈਵ ਪਲੈਨਡ ਅਹੈਡ ਆਫ ਟਾਈਮ। ਲੇਕਿਨ ਕੋਵਿਡ ਨੇ ਸਾਨੂੰ ਇੱਕ ਸਬਕ ਸਿਖਾ ਦਿੱਤਾ। ਬਿਲਕੁਲ। ਉਹ ਸਬਕ ਇਹ ਵੇ ਕਿ ਹਰ ਟਾਈਮ ਤੇ ਜਦੋਂ ਵੀ ਇਹੋ ਜਿਹੀ ਕੋਈ ਵਬਾ ਆਉਂਦੀ ਹੈ, ਲੋਕਾਂ ਦਾ ਬਾਇੰਗ ਬਿਹੇਵੀਅਰ ਚੇਂਜ ਹੋ ਜਾਂਦਾ ਹੈ। ਤੇ ਦਿਸ ਹੈਜ਼ ਬੀਨ ਗੋਇੰਗ ਔਨ ਫॉर ਮੈਨੀ ਈਅਰਸ। ਲੇਕਿਨ ਹੁਣ ਅੱਜ ਦੀ ਤਰੀਕ 'ਚ ਜਿਹੜਾ ਲਾਸਟ 1 ਈਅਰ 'ਚ ਚੇਂਜਸ ਆਈਆਂ ਨੇ, ਉਹਨਾਂ 'ਚ 3 ਕ੍ਰਿਟੀਕਲ ਚੇਂਜਸ ਹੈਗੀਆਂ। ਇੱਕ ਹੈਗਾ ਕਿ ਲੋਕੀ ਜਿਹੜੇ ਹੈ ਆਪਣੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਕੇਅਰਫੁਲ ਹੋ ਗਏ, ਕੌਨਸ਼ੀਅਸ ਹੋ ਗਏ। ਤੇ ਉਹ ਕੌਨਸ਼ੀਅਸਨੈਸ ਦੀ ਵਜ੍ਹਾ ਗਵਰਨਮੈਂਟ ਦੀ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਆਪਣਾ ਉਹਨਾਂ ਨੂੰ ਜਾਣਕਾਰੀ ਫੈਲਾਈ ਸੀ, ਉਹਨਾਂ ਨੂੰ ਲੋਕਾਂ ਨੂੰ ਦੱਸਿਆ ਸੀ ਕਿ ਸੋਸ਼ਲ ਡਿਸਟੈਂਸਿੰਗ ਇਜ਼ ਦੀ ਓਨਲੀ ਰੈਮੇਡੀ ਬੇਸਿਕਲੀ ਕੋਵਿਡ ਨੂੰ ਬਚਣ ਲਈ। ਨੰਬਰ 2, people have become more careful what they eat. ਤੇ ਇੱਕ ਤੇ ਸਫਾਈ ਦਾ ਖਾਸ ਖਿਆਲ ਰੱਖਦੇ ਨੇ ਹੁਣ, ਉਹ ਸਿਹਤ ਵਾਲੇ ਪਾਸੇ ਮਤਲਬ ਡਾਈਟ ਨੂੰ ਵੀ ਹੁਣ ਜ਼ਿਆਦਾ ਉਹ। ਤੇ ਨੰਬਰ 3, people want to stay safe in their own home environment. ਇਹ 3 ਚੀਜ਼ਾਂ ਜਿਹੜੀਆਂ ਫੰਡਾਮੈਂਟਲ ਚੀਜ਼ਾਂ ਨੇ। ਬਿਲਕੁਲ। ਬਹੁਤ ਸਾਰੇ ਜਿਹੜੇ ਰੈਸਟੋਰੈਂਟ ਮੈਂ ਜਦੋਂ ਚੈੱਕ ਕਰਨਾ ਵਾ, ਬਾਕੀ ਲੋਕਾਂ ਨੂੰ ਦੋਸਤਾਂ ਨੂੰ ਮਿਲਣਾ ਵਾ, ਬਾਹਰ ਮਾਰਕੀਟ 'ਚ ਚੈੱਕ ਕਰਨਾ ਵਾ, ਪੀਪਲ ਥਿੰਕ ਕਿ ਜੀ ਅਸੀਂ ਡਿਸਕਾਊਂਟ ਕੈਂਪੇਨ ਚਲਾਈਏ ਤੇ ਲੋਕਾਂ ਨੇ ਅਟਰੈਕਟ ਹੋਣਾ, ਅਸੀਂ ਲੋਕਾਂ ਨੂੰ ਐਂਟਾਈਜ਼ ਕਰੀਏ ਉਹ ਪੁਰਾਣੇ ਜਿਹੜੇ ਤਰੀਕੇ ਦਾ ਜਿਹੜਾ ਐਡਵਰਟਾਈਜ਼ਿੰਗ ਦਾ ਸਿਲਸਿਲਾ ਹੁੰਦਾ ਸੀ, ਤੇ ਪੀਪਲ ਵਿਲ ਕਮ ਬੈਕ। ਅਸੀਂ ਨਾਓ ਓਪਨ ਦਾ ਲਾ ਦਈਏ, ਪੀਪਲ ਵਿਲ ਕਮ ਬੈਕ। ਲੇਕਿਨ ਉਹ ਹੋਣਾ ਨਹੀਂ, ਬਿਕਾਜ਼ ਦਿਸ ਇਜ਼ ਦ ਫਰਸਟ ਟਾਈਮ ਇਨ ਦ ਹਿਸਟਰੀ ਜਿਹਦੇ ਵਿੱਚ ਬਾਇਰ ਬਿਹੇਵੀਅਰ ਜਿਹੜਾ ਹੈ ਉਹ ਇੰਡਸਟਰੀ ਨੂੰ ਸੁਪਰਸੀਡ ਕਰ ਗਿਆ। ਇੰਡਸਟਰੀ ਜਿਹੜੀ ਹੈਗੀ ਆ, ਪਹਿਲਾਂ ਹਿਸਟੋਰਿਕਲੀ ਇੱਕ ਚੀਜ਼ ਇਨਵੈਂਟ ਹੁੰਦੀ ਸੀ, ਇੱਕ ਨਵਾਂ ਮੈਨਿਊ ਆਉਂਦਾ ਸੀ, ਤੁਸੀਂ ਇੱਕ ਨਵਾਂ ਰੈਸਟੋਰੈਂਟ ਖੋਲਿਆ ਤੇ ਲੋਕੀ ਖਿੱਚੇ ਚਲੇ ਜਾਂਦੇ ਸੀ। ਜੀ ਬਿਲਕੁਲ। ਹੁਣ ਇਹ ਹੋ ਰਿਹਾ ਕਿ ਜੀ ਲੋਕੀ ਕਹਿ ਰਹੇ ਨੇ ਜੀ ਸਾਨੂੰ ਇਸ ਤਰ੍ਹਾਂ ਨਹੀਂ ਖਰੀਦਣਾ, ਸਾਨੂੰ ਇਸ ਤਰ੍ਹਾਂ ਦਾ ਸੋਲੂਸ਼ਨ ਦੱਸੋ ਕਿ ਅਸੀਂ ਘਰ ਬਹਿ ਕੇ ਆਪਣੀ ਸੇਫਟੀ ਦੇ ਨਾਲ, ਆਪਣੇ ਕੋਵਿਡ ਦੇ ਜਿਹੜੀ ਸਾਨੂੰ ਪ੍ਰੀਕਾਸ਼ਨ ਲੈਣੇ ਉਹਦੇ ਨਾਲ ਅਸੀਂ ਤੁਹਾਡਾ ਫੂਡ ਵੀ ਇੰਜੋਏ ਕਰ ਸਕੀਏ। ਤੇ ਛੋਟੇ ਰੈਸਟੋਰੈਂਟ ਉਹਦੇ ਵਾਸਤੇ ਤਿਆਰ ਨਹੀਂ ਹੈਗੇ ਜੀ, ਕਿਉਂਕਿ ਪਲੈਨਿੰਗ
ਨਹੀਂ ਹੈਗੀ। ਜਿੱਦਾਂ ਅਸੀਂ ਗੱਲ ਕਰ ਰਹੇ ਸੀ ਕਿ ਬਿਗ ਬਿਜ਼ਨੈਸਸ ਹੈਗੇ ਨੇ ਉਹ ਥ੍ਰਾਈਵ ਓਵਰ ਹੋ ਜਾਣਗੇ ਸਮਾਲ ਬਿਜ਼ਨਸ ਦੇ, ਖਾਸ ਕਰਕੇ ਜਿਹੜੇ ਫੈਮਿਲੀ ਓਨਡ ਬਿਜ਼ਨਸ ਹੈਗੇ ਆ, ਕਿਉਂਕਿ ਉਹ ਬਹੁਤ ਛੋਟੇ ਬਿਜ਼ਨੈਸਸ ਹੈਗੇ ਆ ਤੇ ਉਹ ਬਿਜ਼ਨੈਸਸ ਚਾਹੁੰਦੇ ਆ ਕਿ ਅਸੀਂ ਅੱਗੇ ਜਾਈਏ ਜਾਂ ਅਸੀਂ ਸਾਡੇ ਕੋਲ ਲੋਕ ਬਾਹਰ ਆਉਣ, ਪਰ ਸਾਡੇ ਕੋਲ ਕੁਝ ਕੁ ਨਾਮ ਅਜਿਹੇ ਹੁੰਦੇ ਆ ਜਿਹੜੇ ਸਾਡੇ ਮਾਈਂਡ ਦੇ ਵਿੱਚ ਹੁੰਦੇ ਆ, ਜਾਂ ਬਿਗ ਕੰਪਨੀਜ਼ ਜਿਨ੍ਹਾਂ ਦੇ ਅਸੀਂ ਐਡਵਰਟਾਈਜ਼ਮੈਂਟ ਵਾਰ-ਵਾਰ ਦੇਖਦੇ ਆ, ਜਾਂ ਉਹ ਸਾਡੇ ਦਿਮਾਗ ਦੇ ਵਿੱਚ ਹੁੰਦਾ ਕਿ ਅਸੀਂ ਇਸ ਰੈਸਟੋਰੈਂਟ ਤੇ ਜਾਂਦੇ ਆ। ਤੇ ਹੁਣ ਜਿਵੇਂ ਕਿ ਸਾਡੀਆਂ ਆਦਤਾਂ ਵੀ ਬਦਲ ਗਈਆਂ ਨੇ, ਸਾਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਉਹਨਾਂ ਇੱਕ ਦੋ ਬਿਜ਼ਨੈਸ ਜਿਹੜੇ ਹੈਗੇ ਸਿਰਫ ਉਹਨਾਂ ਤੋਂ ਜਾ ਕੇ ਆਰਡਰ ਕਰੀਏ। ਉਹ ਵੀ ਹੁਣ ਅਸੀਂ ਬਹੁਤ ਘੱਟ ਗਏ ਆ ਆਰਡਰ ਕਰਨਾ, ਕਿੱਥੇ ਅਸੀਂ ਵੀਕ ਦੇ ਵਿੱਚ 2 ਵਾਰ ਜੇ ਕਰਦੇ ਸੀ ਤੇ ਹੁਣ ਮੈਨੂੰ ਲੱਗਦਾ 2 ਵੀਕ ਦੇ ਵਿੱਚ 1 ਵਾਰ ਰਹਿ ਗਿਆ ਬਾਹਰੋਂ ਆਰਡਰ ਕਰਨਾ। ਪਰ ਤੁਸੀਂ ਇੱਕ ਮੈਂਸ਼ਨ ਕੀਤਾ ਸੀ ਬਾਇੰਗ ਬਿਹੇਵੀਅਰ, ਹੁਣ ਬਾਇੰਗ ਬਿਹੇਵੀਅਰ ਪਹਿਲਾਂ ਤਾਂ ਕੀ ਹੁੰਦਾ ਤੇ ਕਿਸ ਤਰ੍ਹਾਂ ਚੇਂਜ ਹੋਇਆ? ਬਾਇੰਗ ਬਿਹੇਵੀਅਰ ਇੱਕ ਸਾਈਕੋਮੈਟ੍ਰਿਕ ਪ੍ਰੋਸੈਸ ਹੈਗਾ ਜਿਹੜਾ ਤੁਹਾਨੂੰ ਜਦੋਂ ਤੁਸੀਂ ਮਾਈਂਡ ਆਪਣਾ ਇੱਕ ਚੀਜ਼ ਦੇ ਬਾਰੇ 'ਚ ਹਜੇ ਮਾਈਂਡ ਮੇਕਅਪ ਨਹੀਂ ਕੀਤਾ ਹੁੰਦਾ, ਬਟ ਯੂ ਹੈਵ ਐਨ ਆਈਡੀਆ। ਫॉर एग्जांपल जी ਅੱਜ ਮੈਂ ਸਾਗ ਤੇ ਮੱਕੀ ਦੀ ਰੋਟੀ ਖਾਣੀ, ਫॉर एग्जांपल ਯੈਸ that's what I want to do today. Okay, now ਪਹਿਲਾਂ ਇਹ ਹੁੰਦਾ ਸੀ ਕਿ ਜੇ ਮੈਨੂੰ ਪਤਾ ਸੀ ਕਿੱਥੇ ਦੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਕਿਹੜੇ ਰੈਸਟੋਰੈਂਟ ਦੀ ਹੈਗੀ ਹੈ, ਤੇ ਮੈਂ ਉਸ ਬੰਦੇ ਨੂੰ ਜਾਣਦਾ ਵੀ ਸੀ ਤੇ ਮੈਂ ਜਾ ਕੇ ਖਾ ਲੈਂਦਾ ਸੀ। ਹੁਣ ਇਹ ਹੋ ਗਿਆ ਕਿ ਜੀ ਮੈਂ ਉੱਥੇ ਜਾ ਨਹੀਂ ਸਕਦਾ ਕਿਉਂਕਿ ਮੈਂ ਫਸਿਆ ਜੀ ਕਿਸੇ ਹੋਰ ਚੀਜ਼ 'ਚ, ਤੇ ਟਰੈਵਲ ਟਾਈਮ हैज बिकम अ न्यूसेंस बिकॉज ਹੋਰ ਬੜੀਆਂ ਚੀਜ਼ਾਂ ਨੇ ਸੁਪਰਸੀਡ ਕਰ ਲਿਆ ਮੇਰੀ ਉਸ ਜਿਹੜੀ ਆਪਣਾ ਇੱਕ ਸਾਈਕੋਮੈਟ੍ਰਿਕ ਜਰਨੀ ਨੂੰ ਬਹੁਤ ਸਾਰੇ ਹਿੱਸਿਆਂ 'ਚ ਅਸੀਂ ਡਿਵਾਈਡ ਕਰਤਾ ਜੇ ਓਵਰ ਪੀਰੀਅਡ ਆਫ ਟਾਈਮ। ਕੋਵਿਡ ਨੇ ਕਰਤਾ ਹੈ ਬੇਸਿਕਲੀ। ਤੇ ਬਾਇੰਗ ਬਿਹੇਵੀਅਰ ਦੀ ਫੰਡਾਮੈਂਟਲ ਡੈਫੀਨੇਸ਼ਨ ਇਹ ਵੇ ਕਿ ਕਸਟਮਰ when he or she decides to buy something, that intent from the travel time, mental travel time from intent to execution, from intent to buying itself, that pattern has changed. ਹੁਣ information highway ਜਿਹਨੂੰ ਅਸੀਂ internet ਕਹਿੰਦੇ ਆ, ਉਹ ਇੰਨਾ ਇੱਕ vast ਹੋ ਗਿਆ because of COVID-19, because of the information that the big fish, big restaurants are throwing into the information highway, ਕਿ ਜਿਹੜਾ ਛੋਟਾ ਰੈਸਟੋਰੈਂਟ ਹੈ ਉਹ ਪਿੱਛੇ ਗਾਇਬ ਹੋ ਗਿਆ ਤੇ ਬਾਇੰਗ ਬਿਹੇਵੀਅਰ ਦਾ ਕਸਟਮਰ ਦਾ ਜਿਹੜਾ ਬਾਇੰਗ ਬਿਹੇਵੀਅਰ ਹੈ ਉਹ ਰੀਡਾਇਰੈਕਟ ਹੋ ਰਿਹਾ ਟੂਵਰਡਸ ਹੂਐਵਰ ਇਜ਼ ਮੋਸਟ ਵਿਜ਼ਿਬਲ। ਜੀ ਚੋਇਸਸ ਉਹੀ ਨੇ। ਮੇਰੀ ਆਪਣੀ ਡਾਈਟਰੀ ਰਿਕੁਆਇਰਮੈਂਟਸ ਚੇਂਜ ਨਹੀਂ ਹੋਈਆਂ ਜੀ, ਮਾਈ ਪਰਸਨਲ ਨੀਡਸ ਹੈਵ ਨਾਟ ਚੇਂਜਡ ਬਟ ਮਾਈ ਬਾਇੰਗ ਹੈਬਿਟਸ ਹੈਵ ਚੇਂਜਡ। ਇਹ ਜਿਹੜਾ ਬਾਇੰਗ ਬਿਹੇਵੀਅਰ ਦਾ ਸਭ ਤੋਂ ਵੱਡਾ ਸਭ ਤੋਂ ਜ਼ਿਆਦਾ ਰੈਲੇਵੈਂਟ ਆਪਣਾ ਡੈਫੀਨੇਸ਼ਨ ਹੈਗੀ ਉਹ ਹੈ। ਤੇ ਸਾਈਕੋਮੈਟ੍ਰਿਕ ਚੀਜ਼ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਸਾਈਕੋਲੋਜੀ ਨੂੰ ਸਟੱਡੀ ਕਰਦੇ ਹੋ ਥੋੜਾ ਜਿਹਾ ਤੇ ਕਸਟਮਰ ਦੇ ਬਿਹੇਵੀਅਰ ਨੂੰ ਸਟੱਡੀ ਕਰਦੇ ਹੋ ਜੀ। ਪਹਿਲੇ ਹੁੰਦਾ ਸੀ ਕਿ ਉਹ 1 ਆਵਰ 15 ਮਿੰਟਸ ਐਵਰੇਜ ਡਿਨਰ ਟਾਈਮ ਹੁੰਦਾ ਸੀ ਰੈਸਟੋਰੈਂਟ 'ਚ, ਜਿੱਥੇ ਟੇਬਲ ਟਰਨਓਵਰ ਹੁੰਦੀ ਸੀ ਜੀ ਜੀ, ਕਿ ਇੱਕ ਫੈਮਿਲੀ ਉੱਠ ਕੇ ਗਈ, ਦੂਜੀ ਫੈਮਿਲੀ ਆਈ ਤੇ ਵਿੱਚ 1.5 ਘੰਟੇ ਦਾ ਟਾਈਮ ਅਪਰੋਕਸੀਮੇਟਲੀ। ਹੁਣ ਹੈਗਾ 45 ਮਿੰਟਸ 30 ਮਿੰਟਸ ਜੀ। ਬਾਇੰਗ ਬਿਹੇਵੀਅਰ ਚੇਂਜ ਹੋ ਗਿਆ। ਹੁਣ ਲੋਕੀ ਜਿਹੜੇ ਉਹ ਘਰ ਬੈ ਕੇ ਪਹਿਲਾਂ ਡਿਸਾਈਡ ਕਰਕੇ ਜਾਂਦੇ ਨੇ ਕਿ ਖਾਣਾ ਕੀ ਹੈ ਜੀ, ਮੈਨੂ ਚੈੱਕ ਕਰਦੇ ਨੇ ਆਨਲਾਈਨ ਤੇ ਮਾਈਂਡ ਮੇਕਅਪ ਕਰਕੇ ਤੇ ਜੇਬ ਜਾਂਦੇ ਨੇ ਬਾਹਰ ਇਫ ਦੇ ਆਰ ਗੋਇੰਗ। ਬਟ ਅਗੇਨ ਬਾਇੰਗ ਬਿਹੇਵੀਅਰ ਫਿਰ ਚੇਂਜ ਹੋ ਗਿਆ। ਪਹਿਲੇ ਜਾਂਦੇ ਸੀ 100 ਚੋਂ 13 ਜਿਹੜੇ ਸੀ ਉਹ ਆਨਲਾਈਨ ਆਰਡਰ ਕਰਦੇ ਸੀ, ਹੁਣ 100 ਚੋਂ 21 ਜਿਹੜੇ ਹੈਗੇ ਉਹ ਆਨਲਾਈਨ ਆਰਡਰ ਕਰਦੇ, ਘਰ ਬੈ ਕੇ ਖਾਣਾ ਚਾਹੁੰਦੇ ਜੀ। ਬਿਲਕੁਲ, ਬਿਕਾਜ਼ ਜੇ ਹੁਣ ਅਮਰ ਜੀ ਦੇਖੀਏ ਤਾਂ ਜੇ ਅਸੀਂ ਰੈਸਟੋਰੈਂਟ ਖਾਣ ਗਏ ਆ ਤਾਂ ਜਿਵੇਂ ਐਜ਼ ਯੂ ਮੈਂਸ਼ਨ ਕਿ ਉਦੋਂ ਟੇਬਲ ਟਰਨਓਵਰ ਜੇ ਹੁਣ ਇੱਕ ਜਣਾ ਫੈਮਿਲੀ ਉੱਠ ਕੇ ਗਈ ਆ, ਅਸੀਂ ਬੈਠਦੇ ਸੀ ਕਲੀਨ ਕਰਨ ਤੇ ਬਹੁਤ ਥੋੜਾ ਟਾਈਮ ਲੱਗਦਾ ਸੀ, ਪਰ ਹੁਣ ਉੱਥੇ ਜਿੱਦਾਂ 50% ਰੈਸਟੋਰੈਂਟਸ ਦੀ ਕੈਪੈਸਿਟੀ ਘਟ ਗਈ ਹੈ, ਉਹਨਾਂ ਨੇ ਟੇਬਲਸ ਵੀ ਉਨੇ ਹੀ ਆ, ਫਿਰ ਤੁਹਾਨੂੰ ਲਾਈਨ ਅਪ 'ਚ ਖੜਨਾ ਪੈਂਦਾ, ਫਿਰ ਤੁਹਾਨੂੰ ਵੇਟ ਕਰਨੀ ਪੈਂਦੀ ਹੈ। ਸੋ ਤੁਸੀਂ ਉਹ ਚੀਜ਼ਾਂ ਤੋਂ ਬਚਣ ਦੇ ਲਈ ਤੁਸੀਂ ਕਹਿੰਦੇ ਆ ਕਿ ਅਸੀਂ ਘਰ ਹੀ ਆਰਡਰ ਕਰ ਲੈਂਦੇ ਆ, ਜਾਂ ਸਮਟਾਈਮਸ ਤੁਸੀਂ ਖੁਦ ਟਰੈਵਲ ਨਹੀਂ ਕਰਦੇ, ਤੁਸੀਂ ਜਿਹੜੀਆਂ ਦੂਜੀਆਂ ਐਪਸ ਹੈਗੀਆਂ ਨੇ ਕੋਈ ਐਪਸ ਦੇ ਥਰੂ ਤੁਸੀਂ ਘਰ ਤੁਹਾਡੇ ਡੋਰ ਦੇ ਉੱਤੇ ਖਾਣਾ ਆ ਜਾਂਦਾ, ਤੁਸੀਂ ਉਹ ਪ੍ਰੈਫਰ ਕਰਦੇ? ਵੈਰੀ ਟਰੂ ਅਰਸ਼ ਜੀ। ਉਹਦਾ ਰੀਜ਼ਨ ਇੱਕ ਹੋਰ ਵੀ ਹੈਗਾ, ਬਾਇੰਗ ਬਿਹੇਵੀਅਰ ਦਾ ਇੱਕ ਕੰਸਰਨਿੰਗ ਰੈਲੇਵੈਂਟ ਪੁਆਇੰਟ ਹੈਗਾ। ਲੋਕੀ ਉਸ ਰੈਸਟੋਰੈਂਟ 'ਚ ਜ਼ਿਆਦਾ ਜਾਣਾ ਮੰਗਦੇ ਨੇ ਜਿੱਥੇ ਸ਼ੋਰ ਸ਼ਰਾਬਾ ਹੋਵੇ, ਬਿਲਕੁਲ ਭਰਿਆ ਹੋਵੇ ਤੇ ਆਪਣਾ ਲੋਕੀ ਹੋਣ ਤੇ ਇਟਸ ਅ ਸਾਈਨ ਆਫ ਸਕਸੈਸ। ਤੇ ਸਾਈਨ ਆਫ ਸਕਸੈਸ ਮੀਨਸ ਅਸ਼ੋਰੈਂਸ, ਕੁਆਲਿਟੀ ਅਸ਼ੋਰੈਂਸ। ਹੁਣ ਕੈਪੈਸਿਟੀ ਘਟ ਗਈ ਹੈ ਹਾਫ। ਜਦੋਂ ਤੁਸੀਂ ਅੰਦਰ ਜਾਂਦੇ ਹੋ ਤੇ 99% ਜਿਹੜਾ ਬੰਦਾ ਅੰਦਰ ਆ ਰਿਹਾ ਉਹ ਪਿਕਅਪ ਵਾਸਤੇ ਆ ਰਿਹਾ, ਉੱਥੇ ਖਾਣ ਵਾਸਤੇ ਘੱਟ ਹੈਗੇ, ਟੇਬਲਾਂ ਘੱਟ ਹੈਗੀਆਂ, ਲੇਕਿਨ ਬਿਜ਼ਨਸ ਜਿਹੜਾ ਹੈਗਾ ਉਹ ਆਨਲਾਈਨ ਵੱਲੋਂ ਜ਼ਿਆਦਾ ਜਾ ਰਿਹਾ। ਤੇ ਤੁਹਾਡਾ ਆਪਣਾ ਐਕਸਪੀਰੀਅੰਸ
ਜਦੋਂ ਤੁਸੀਂ ਰੈਸਟੋਰੈਂਟ ਦੀ ਗੱਲ ਕਰਦੇ ਹੋ ਯੂ ਆਰ ਨਾਟ ਗੋਇੰਗ देयर ਟੂ ਈਟ, ਯੂ ਗੋਇੰਗ देयर ਫॉर ਐਨ ਐਕਸਪੀਰੀਅੰਸ। ਹੁਣ ਉਹ ਐਕਸਪੀਰੀਅੰਸ ਰੀਡਿਫਾਈਨ ਹੋ ਗਿਆ ਬਿਲਕੁਲ। ਇਸ ਕਰਕੇ ਇਟ ਡਜ਼ ਨਾਟ ਰੀਅਲੀ ਮੈਟਰ ਕਿ ਤੁਸੀਂ ਉੱਥੇ ਬਹਿ ਕੇ ਖਾਣਾ ਜਾਂ ਘਰ 'ਚ ਖਾਣਾ। ਉਹ ਜਿਹੜੀ ਆਪਣਾ ਐਕਸਚੇਂਜ ਜਾਂ ਵੈਲਿਊ ਪ੍ਰੋਪੋਜੀਸ਼ਨ ਸੀ ਰੈਸਟੋਰੈਂਟ ਦੀ, ਉਹ ਇੰਨੀ ਜ਼ਿਆਦਾ ਅਟਰੈਕਟਿਵ ਰਹੀ ਨਹੀਂ ਹੁਣ ਜੀ, because of distancing, because of the doubt whether or not the restaurant is clean enough, whether it is following the protocols set forth by the Fraser Health. ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜ਼ਹਿਨ 'ਚ ਹੁਣ ਆ ਗਈਆਂ, ਰਿਸਕ ਫੈਕਟਰ। ਬਿਲਕੁਲ, ਜਿਵੇਂ ਹੁਣ ਅਸੀਂ ਕਹਿੰਦੇ ਹਾਂ ਕਿ ਪੂਰਾ ਵਰਲਡ ਹੀ ਇੰਪੈਕਟ ਹੋਇਆ ਹੈ, ਨਾਟ ਵਨ ਕੰਟਰੀ ਔਰ ਟੂ ਕੰਟਰੀਜ਼, every single business, every single person affected by this COVID. ਹੁਣ ਇਹ ਪੈਂਡੈਮਿਕ ਹੈਗਾ ਆ, ਪਰ ਇਹਦਾ ਜਿੱਦਾਂ ਕਈ ਚੀਜ਼ਾਂ ਦੇ ਉੱਤੇ ਸ਼ਾਰਟ ਟਰਮ ਇਫੈਕਟ ਹੈਗਾ ਆ, ਪਰ ਰੈਸਟੋਰੈਂਟ ਬਿਜ਼ਨਸ ਤੇ ਕਹਿ ਰਹੇ ਆ ਕਿ ਲੌਂਗ ਟਰਮ ਇਫੈਕਟ ਹੈਗਾ। ਵੈਰੀ ਟਰੂ। ਲੌਂਗ ਟਰਮ ਇਸ ਕਰਕੇ ਹੈਗਾ, ਅਸੀਂ ਬਣਾ ਵੀ ਦਿੱਤਾ ਹੈ ਟੂ ਬੀ ਓਨੈਸਟ। ਅਸੀਂ ਇਹਦੇ 'ਚ ਕੁਝ ਥੋੜਾ ਜਿਹਾ ਐਗਜ਼ੈਜਰੇਟ ਵੀ ਕੀਤਾ ਹੈ। ਬੀਇੰਗ ਅ ਰੈਸਟੋਰੈਂਟਰ ਮਾਈਸੈਲਫ, ਹਸਪਿਟੈਲਿਟੀ ਮੈਨੂੰ 25 years ਤੋਂ ਜ਼ਿਆਦਾ ਐਕਸਪੀਰੀਅੰਸ ਹੈਗਾ। I have opened and operated very, very successful restaurants around the world. Shanghai to ਲੈ ਕੇ ਤੇ ਆਪਣਾ ਇੱਥੇ ਕੈਨੇਡਾ all the way। ਤੇ ਇੱਕ ਚੀਜ਼ ਜਿਹੜੀ ਸਾਨੂੰ, ਮੈਂ ਜਿਹੜੀ ਗੱਲ ਕੀਤੀ ਇੱਕ ਐਗਜ਼ੈਜਰੇਟ ਕੀਤਾ, ਉਹਦੀ ਉਹ ਰੀਜ਼ਨ ਕਾਰਨ ਦਾ ਹੈ। ਜੀ ਜੀ। ਤੁਸੀਂ ਜਾਓ ਕਿਸੇ ਗਰੋਸਰੀ ਸਟੋਰ 'ਚ, ਉੱਥੇ ਇੱਕ ਬੰਦਾ ਐਪਲ ਚੁੱਕ ਕੇ ਵੇਖਦਾ, ਉਹਨੂੰ ਐਪਲ ਨਹੀਂ ਪਸੰਦ ਆਇਆ, ਉਹਨੇ ਰੱਖਤਾ। ਉਹੀ ਐਪਲ ਚੁੱਕ ਕੇ ਉਹਨੂੰ ਇੱਕ ਹੋਰ ਐਪਲ ਚੁੱਕਿਆ, ਉਹ ਵੀ ਰੱਖਤਾ। ਉੱਥੇ ਜਿਹੜੀ ਸਟ੍ਰਿੰਜੈਂਟਨੈਸ ਹੈਗੀ ਹੈ, ਜਿਹੜੀ ਸਟ੍ਰਿਕਟਨੈਸ ਹੈਗੀ ਹੈ ਫॉर ਸੇਫਟੀ, ਉਸ এনवायरमेंट 'ਚ ਇੰਨੀ ਨਹੀਂ ਹੈਗੀ ਜਿੰਨੀ ਜ਼ਿਆਦਾ ਗਵਰਨਮੈਂਟ ਨੇ ਰੈਸਟੋਰੈਂਟ ਦੇ ਉੱਤੇ ਪਾਤੀ ਜੀ। ਉਹ ਬੰਦਾ ਜਿਹੜਾ ਉੱਥੋਂ ਕੋਈ ਪਤਾ ਨਹੀਂ ਹੁਣ ਕੰਟੈਮੀਨੇਸ਼ਨ ਨੂੰ ਲੈ ਕੇ ਫਿਰ ਰੈਸਟੋਰੈਂਟ 'ਚ ਆਇਆ ਸੀ ਤੇ ਆ ਕੇ ਉਹਨਾਂ ਉੱਥੇ ਖਾਣਾ ਖਾਧਾ, ਰੋਟੀ ਖਾਧੀ, ਤੇ ਬਾਅਦ 'ਚ ਉਹ ਡਾਇਗਨੋਸ ਹੋ ਗਿਆ, ਤੇ ਉਸ ਤੋਂ ਬਾਅਦ ਗਵਰਨਮੈਂਟ ਆਏ, ਉਹਨਾਂ ਨੇ ਜਨਾਬ ਲੌਕ ਕਰਤਾ ਜਾਂ ਉਹਨਾਂ ਹੋਰ ਆਪਣਾ ਕੋਈ ਹੋਰ ਉਹਦੇ ਤੇ ਐਕਸ਼ਨ ਲੈ ਲਿਆ। ਦਿਸ ਇਜ਼ ਦੀ ਓਨਲੀ ਇੰਡਸਟਰੀ, ਇਹ ਥੋੜਾ ਜਿਹਾ ਮੈਂ ਤੁਹਾਡੇ ਕੁਐਸਚਨ ਤੋਂ ਥੋੜਾ ਜਿਹਾ ਰੀਡਾਇਰੈਕਟ ਕਰਾਂਗਾ ਇੱਥੇ। ਦਿਸ ਇਜ਼ ਦੀ ਓਨਲੀ ਇੰਡਸਟਰੀ ਵਿਚ ਰਿਕੁਆਇਰਸ traceability means which is mandated ਕਿ ਤੁਸੀਂ ਟ੍ਰੇਸ ਰੱਖਣਾ ਹੈ ਕਿ ਬੰਦਾ ਕੌਣ ਸੀ। ਗਰੋਸਰੀ ਸਟੋਰ 'ਚ ਕਿਉਂ ਨਹੀਂ ਹੈ? that's true। ਅਸੀਂ ਜਾਂਦੇ ਆ, ਅਸੀਂ ਸ਼ਾਪਿੰਗ ਕਰਨੇ ਆ, ਬੱਚਿਆਂ ਨੂੰ ਫੈਮਿਲੀ ਨੂੰ ਲੈ ਕੇ ਜਾਂਦੇ ਆ, ਬੱਚੇ ਆਪਣੀ ਵਾਈਫ ਨੂੰ, ਜਿਹੜੇ ਬੱਚੇ ਹੈਗੇ ਉਹ ਜਾ ਕੇ ਆਪਣੀ ਪਸੰਦ ਦੀ ਚੀਜ਼ਾਂ, ਫਲ ਫੁੱਲ ਸਬਜ਼ੀ ਜਿਹੜੇ ਪਿਕ ਕਰਦੇ ਨੇ, ਉੱਥੇ ਵੀ ਤੇ ਰਿਸਕ ਹੈ। that's true। ਟ੍ਰੇਸੇਬਿਲਿਟੀ ਨਹੀਂ ਹੈਗੀ ਲੇਕਿਨ ਉਹ ਤੇ ਜ਼ਿਆਦਾ ਹੀ, ਕਿਉਂਕਿ ਉੱਥੇ ਲੋਕੀ ਕਨਸਟੈਂਟਲੀ ਸਰਕੂਲੇਸ਼ਨ ਚੱਲ ਰਹੇ ਨੇ। and people touch things। correct। they touch things, they who knows that who had touched what। yes। but restaurant everything is controlled environment, ਮੈਨੂੰ ਪਤਾ ਇਸ ਟੇਬਲ ਤੇ ਕਿਹੜੀ ਫੈਮਿਲੀ ਬੈਠੀ ਹੈ। ਵੱਧ ਤੋਂ ਵੱਧ ਹੋਏਗਾ ਮੈਨੂੰ ਨਾ ਪੁੱਛ ਕੇ ਲਿਖ ਲਾਂਗਾ ਜੀ ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਫੋਨ ਨੰਬਰ ਕੀ ਹੈ, ਦੈਟਸ ਇਟ। ਲੇਕਿਨ ਵਿਕਟਮਾਈਜ਼ ਹੋ ਜਾਂਦੀ ਹੈ ਫਿਰ ਇੰਡਸਟਰੀ ਜੀ, ਯੂ نو। ਤੇ ਉਸ ਕਰਕੇ ਵੀ ਬਾਇੰਗ ਬਿਹੇਵੀਅਰ ਚੇਂਜ ਹੋਇਆ। ਉਸ ਕਰਕੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ the future, what you said earlier on, that the impact will remain in effect for long, is because that the people have started to consider the restaurants are not a safe place। ਜਿੱਦਾਂ ਡੇਟਾ ਆਉਂਦਾ ਆ, ਜਿਵੇਂ ਹੁਣ ਮੈਂ ਵੀ ਡੇਟਾ ਸ਼ੇਅਰ ਕੀਤਾ ਸੀਗਾ ਕਿ ਇਹ ਜਿਹੜਾ ਹੁਣ ਸਾਡੇ ਕੋਲ ਡੇਟਾ ਹੈ ਕਿ ਜੌਬਸ ਕ੍ਰੀਏਟ ਹੋਈਆਂ, ਨਹੀਂ ਕ੍ਰੀਏਟ ਹੋਈਆਂ, ਕਿੰਨਾ ਇਕਨੋਮੀ ਤੇ ਇਫੈਕਟ ਪਿਆ ਆ, ਕਿੰਨਾ ਤੁਹਾਨੂੰ GDP ਹੈ, ਕਿੰਨਾ ਡ੍ਰੌਪ ਹੋਇਆ ਹੈ, ਕਿੰਨਾ ਰਾਈਜ਼ ਹੋਇਆ ਹੈ। ਸੋ ਰੈਸਟੋਰੈਂਟ ਦੇ ਲਈ ਵੀ ਕੋਈ ਇਦਾਂ ਦਾ ਡੇਟਾ ਆਉਂਦਾ ਹੈ ਕਿ ਜਿਹੜਾ ਸਰਚ ਕਰਦਾ ਤਾਂ ਇੰਪੈਕਟ ਦੇਖਦੀ ਹੈ ਕਿ ਕੀ ਕੁਝ ਇੰਪੈਕਟ ਹੋਇਆ? Absolutely, it's a worldwide economy, it's a piece of economy। Economy is a bigger pizza pie। ਉਹਦੇ ਵਿੱਚ ਰੈਸਟੋਰੈਂਟ ਦਾ ਇੱਕ ਸ਼ੇਅਰ ਜਿਹੜਾ ਹੈਗਾ, ਉਹ ਇੱਕ ਪਾਈ ਜਿਹੜਾ ਇੱਕ one slice is the restaurant itself। collectively the ਸਾਰੀ economy ਚ contribute ਕਰਦੇ ਨੇ, ਤੇ it's kind of mineable data which can help you to decide or to determine which direction to go। ਲੇਕਿਨ ਉਹ ਡਾਟਾ ਦੀ ਵੈਲਿਡਿਟੀ ਵੀ ਬਹੁਤ ਜ਼ਿਆਦਾ ਹੈਗੀ ਹੈ। ਜਿਹੜੀ BC ਜਿਹੜੀ ਕੈਨੇਡੀਅਨ ਰੈਸਟੋਰੈਂਟ ਐਸੋਸੀਏਸ਼ਨ ਹੈ, ਉਹ ਕਨਸਟੈਂਟਲੀ ਇੱਕ ਆਇਆ ਰੱਖਦੀ ਹੈ ਕਿ ਕੌਣ ਆ ਰਿਹਾ, ਕੌਣ ਜਾ ਰਿਹਾ, ਕਿੱਦਾਂ ਹੋ ਰਿਹਾ, ਕਿਹੜੇ ਰੈਸਟੋਰੈਂਟ ਬੰਦ ਹੋਏ, ਤੇ ਰੀਜ਼ਨ ਕੀ ਸੀ, ਕਾਰਨ ਕੀ ਸੀ। ਬਹੁਤ ਸਾਰੇ ਜਿਹੜੇ ਰੈਸਟੋਰੈਂਟ ਬੰਦ ਹੋਏ ਨੇ, ਜਿਹੜੇ ਤੁਸੀਂ ਇੰਟਰੋ 'ਚ ਕਿਹਾ ਸੀ, ਉਹ ਇਸ ਕਰਕੇ ਨਹੀਂ ਬੰਦ ਹੋਏ ਕਿ ਬਿਜ਼ਨਸ ਘਟ ਗਿਆ, ਉਹ ਇਸ ਕਰਕੇ ਬੰਦ ਹੋਏ ਨੇ ਕਿ ਦੇ ਵਰ ਨਾਟ ਫਾਸਟ ਇਨਫ ਟੂ ਚੇਂਜ। ਜਿਹੜੀ ਅਡੈਪਟੇਬਿਲਿਟੀ ਹੈਗੀ ਆ, ਉਹੀ ਬਿਜ਼ਨਸ ਨੂੰ ਅੱਗੇ ਇੰਪਰੋਵਾਈਜ਼ ਕਰਦੀ ਹੈ, ਬਿਜ਼ਨਸ ਨੂੰ ਰੈਡੀ ਕਰਦੀ ਹੈ ਫॉर द ਨੈਕਸਟ ਚੈਲੰਜ।
ਜੇ ਤੁਸੀਂ ਸਟੈਟਿਕ ਹੋ ਕੇ ਪੁਰਾਣੇ ਤਰੀਕੇ ਨਾਲ ਨਵੀਂ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉੱਥੇ ਫੇਲ ਆ ਜਾਣਾ ਬਿਲਕੁਲ, ਕਿਉਂਕਿ ਵਰਲਡ ਗਰੋਇੰਗ ਫਾਸਟਰ ਤੇ ਸਾਨੂੰ World is ਉਹਦੇ ਨਾਲ ਤੁਰਨਾ ਪੈਣਾ। ਵੀ ਹੈਵ ਟੂ ਚੇਂਜ Correct. ਆਰ ਬਿਹੇਵੀਅਰ Correct. ਬਿਫੋਰ ਕਸਟਮਰ ਚੇਂਜ ਇਟਸ ਬਿਹੇਵੀਅਰ। Correct. ਸੋ ਸਾਨੂੰ ਜਿਹੜੀ ਬਿਜ਼ਨਸ ਹੈਗਾ ਉਹਨੂੰ ਆਪਣਾ ਪਹਿਲਾਂ ਬਿਹੇਵੀਅਰ ਬਦਲਣਾ ਪੈਣਾ। ਪਰ ਹੁਣ ਬਿਜ਼ਨੈਸਸ ਕੀ ਕਰ ਸਕਦੇ ਆ ਕਿ ਉਹ ਇਹ ਸਾਰੇ ਪੈਂਡੈਮਿਕ ਤੋਂ ਜਾਂ ਇਹ ਜਿਹੜਾ ਵੀ ਕੁਝ ਹੋ ਰਿਹਾ ਉਹਨਾਂ ਦੇ ਨਾਲ ਉਹਦੇ ਚੋਂ ਨਿਕਲ ਸਕਣ? ਦੇਖੋ ਜੀ, ਦੋ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਇੱਕ ਹੈਗੀ ਐਂਟੀਸਿਪੇਸ਼ਨ। ਜੀ ਜੀ। ਜਿਹੜੀ ਐਂਟੀਸਿਪੇਸ਼ਨ ਹੈਗੀ ਆ ਉਹ ਆਉਂਦੀ ਹੈ ਸਟੱਡੀ ਦੇ ਨਾਲ, ਕਿ ਤੁਸੀਂ ਐਂਟੀਸਿਪੇਟ ਕਰਦੇ ਹੋ ਕਿ ਜੀ ਮੇਰੀ ਇੰਡਸਟਰੀ ਹੈ, ਮੇਰਾ ਬਿਜ਼ਨਸ ਨੈਕਸਟ ਇਵੋਲੂਸ਼ਨ ਕੀ ਹੋਣਾ ਹੈ, ਇਮੀਡੀਏਟ, ਸ਼ਾਰਟ ਟਰਮ ਜੀ। ਤੇ ਲੌਂਗ ਟਰਮ। ਤੁਸੀਂ ਬਾਇੰਗ ਬਿਹੇਵੀਅਰ ਲੋਕਾਂ ਦਾ ਚੈੱਕ ਕਰਦੇ ਹੋ ਤੇ ਯੂ ਨੀਡ ਟੂ ਹੈਵ ਸਮ ਸੋਰਟ ਆਫ ਸਪੋਰਟ ਇਨ ਅ ਫਾਰਮ ਆਫ ਕੰਸਲਟੈਂਟ, ਇਨ ਫਾਰਮ ਆਫ ਅ ਥਰਡ ਪਾਰਟੀ ਜਿਹੜਾ ਬਾਇਸ ਨਾ ਹੋਵੇ, ਕਿਉਂਕਿ ਐਜ਼ ਅ ਓਨਰ ਮੈਂ ਉਹ ਚੀਜ਼ਾਂ ਨਹੀਂ ਵੇਖ ਸਕਦਾ ਜਿਹੜਾ ਆਊਟਸਾਈਡਰ ਵੇਖ ਸਕਦਾ। ਜੀ। I have to have a bouncing off kind of a dialogue with somebody who would constantly tell me what is happening and what should not be happening. ਤੇ ਉਹ ਜਿਹੜੀ shaping process ਹੈਗਾ, unfortunately ਸਾਡੇ ਆਪਣੇ ਰੈਸਟੋਰੈਂਟ 'ਚ ਆਪਣੇ ਲੋਕਾਂ 'ਚ ਉਹ ਚੀਜ਼ ਐਗਜ਼ਿਸਟ ਨਹੀਂ ਕਰਦੀ। ਉਹਦਾ ਰੀਜ਼ਨ ਹੈਗਾ ਕਿਉਂਕਿ ਫੈਮਿਲੀ ਬਿਜ਼ਨਸ ਹੁੰਦਾ ਸੀ ਤੇ ਫੈਮਿਲੀ ਨੂੰ ਪਤਾ ਸੀ ਕਿ ਜੀ ਕੌਣ ਖਾਣਾ ਪਕਾਉਣਾ ਚਾਹੁੰਦਾ ਹੈ, ਕੌਣ ਜਿਹੜਾ ਸਰਵਿਸ ਕਰ ਸਕਦਾ ਹੈ, ਕੌਣ ਜਿਹੜਾ ਉਹ ਆਪਣਾ ਟੈਕਸ ਨੂੰ ਦੇਖਦਾ ਕਿਦਾਂ ਵੇ। ਇਟ ਵਾਸ ਆਲ ਵਿਦਿਨ ਦ ਫੈਮਿਲੀ ਤੇ ਇਟ ਵਾਸ ਮੋਰ ਆਫ ਐਨ ਇੰਟਰੋਵਰਟ ਅਪਰੋਚ। ਨਾਓ ਵੀ ਹੈਵ ਟੂ ਅਡਾਪਟ ਐਕਸਟਰੋਵਰਟ ਅਪਰੋਚ। ਜੀ। ਇਹ ਡਿਫਰੈਂਸ ਆਣਾ ਵਿੱਚ। ਜਿਵੇਂ ਹੁਣ ਇੰਪੈਕਟ ਦੀ ਗੱਲ ਕੀਤੀ ਹੈ ਕਿ ਇੰਪੈਕਟ ਲੌਂਗ ਟਰਮ ਪੈਣ ਵਾਲਾ ਆ। ਲੌਂਗ ਟਰਮ ਇੰਪੈਕਟ ਦੇ ਵਿੱਚ ਤੁਹਾਨੂੰ ਮੈਨੂ ਚੇਂਜ ਤੋਂ ਲੈ ਕੇ ਸਟਾਫ ਦੇ ਵਿੱਚ ਕੀ ਕੁਝ ਹੋ ਰਿਹਾ, ਸਟਾਫ ਨੂੰ ਕਿਸ ਤਰ੍ਹਾਂ ਟ੍ਰੇਨਿੰਗ ਦੇਣੀ ਹੈਗੀ ਹੈ, ਕਿਸ ਤਰ੍ਹਾਂ ਤੁਸੀਂ ਆਨਲਾਈਨ ਟੈਕਲ ਕਰਨਾ ਹੈ, ਇਹ ਸਾਰਾ ਕੁਝ ਉਹਦੇ ਵਿੱਚ ਆਉਂਦਾ ਆ। ਉਹਨੂੰ ਤੁਹਾਨੂੰ ਰੀਸਟਰਕਟ ਕਰਨਾ ਪੈਣਾ। ਵੈਰੀ ਟਰੂ। ਦੋ ਚੀਜ਼ਾਂ ਹੋਰ ਐਡ ਕਰ ਲਓ ਜਿਹੜੀਆਂ ਤੁਸੀਂ ਲਿਸਟ ਦੱਸੀਆਂ ਨੇ, ਇਹਦੇ 'ਚ ਲਿਸਟ 'ਚ ਦੋ ਚੀਜ਼ਾਂ ਹੋਰ ਐਡ ਕਰ ਲਓ। ਇੱਕ ਹੈਗੀ EMPLOYEE ਇੰਗੇਜਮੈਂਟ। ਜਿਹੜੀ ਰੈਸਟੋਰੈਂਟ ਇੰਡਸਟਰੀ 'ਚ ਅਨਫੋਰਚੂਨੇਟਲੀ ਪਿਛਲੇ 30-40 ਸਾਲਾਂ 'ਚੋਂ ਬਹੁਤ ਜ਼ਿਆਦਾ ਫਾਸਟ ਟਰਨਓਵਰ ਵੇਖਿਆ ਗਿਆ। ਦੈਟਸ ਟਰੂ। there has been a lot of brain drain. ਹੁਣ ਜਿਵੇਂ ਆਸਕਰ ਇੰਟਰਨੈਸ਼ਨਲ ਕਾਲਜ ਹੈਗਾ, ਅਸੀਂ ਹਸਪਿਟੈਲਿਟੀ ਦਾ 2 ਸਾਲ ਦਾ ਡਿਪਲੋਮਾ ਕਰਾਉਂਦੇ ਆ। ਸਾਡਾ ਕਾਲਜ ਜਿਹੜਾ ਉਹ ਮਸ਼ਹੂਰ ਇਸ ਕਰਕੇ ਹੈਗਾ ਕਿ ਹਸਪਿਟੈਲਿਟੀ ਸਪੈਸ਼ਲਾਈਜ਼ ਕਰਦਾ ਤੇ ਸੈਕੰਡ ਈਅਰ 'ਚ ਫੁੱਲ ਟਾਈਮ ਆਪਣਾ ਕੋਆਪ ਹੈਗਾ ਜਿਹਦੇ ਵਿੱਚ ਉਹ ਟ੍ਰੇਨਿੰਗ ਕਰਵਾਉਂਦੇ ਨੇ। ਹੁਣ ਜਿਹੜਾ ਫਰਸਟ ਬੈਚ ਐਜ਼ ਐਨ ਐਗਜ਼ਾਮਪਲ ਮੈਂ ਸ਼ੇਅਰ ਕਰਾਂ ਤੁਹਾਡਾ, ਜਿਹੜਾ ਫਰਸਟ ਬੈਚ ਨਿਕਲੂਗਾ ਉਹਨਾਂ ਸਾਰਿਆਂ ਨੂੰ ਰੈਸਟੋਰੈਂਟ ਇੰਡਸਟਰੀ ਦਾ 1 ਸਾਲ ਦਾ ਐਕਸਪੀਰੀਅੰਸ ਹੋਣਾ, ਹੋਟਲ ਦਾ ਵੀ ਹੋਣਾ ਜੀ। ਜੇ ਉਹ ਛੱਡ ਦੇਣ ਇਸ ਇੰਡਸਟਰੀ ਨੂੰ, ਕਿਤੇ ਰਿਟੇਲ 'ਚ ਚਲੇ ਜਾਣ, ਬੈਂਕਿੰਗ 'ਚ ਚਲੇ ਜਾਣ, ਇਹ ਫਾਈਨੈਂਸ਼ੀਅਲ ਸਰਵਿਸ ਚਲੇ ਜਾਣ, ਇਟਸ ਅ ਲਾਸ ਫॉर द ओवरऑल ਇੰਡਸਟਰੀ। ਲੌਂਗ ਟਰਮ 'ਚ ਸਭ ਤੋਂ ਜ਼ਿਆਦਾ ਇੰਪੈਕਟ ਆਉਣਾ ਹੈ from the shortage of qualified people. Yes. ਕਿਉਂਕਿ ਲਾਸਟ 1 ਈਅਰ ਵਿੱਚ ਲੋਕਾਂ ਨੇ ਸਿੱਖ ਲਿਆ ਕਿ ਜੀ ਸਾਡੀ ਇੰਗੇਜਮੈਂਟ ਜਿਹੜੀ ਸੀ ਬਿਜ਼ਨਸ ਨੂੰ ਲੈ ਕੇ, ਅਸੀਂ ਬਿਜ਼ਨਸ ਨੂੰ ਆਪਣਾ ਸਮਝ ਕੇ ਚਲਾਉਂਦੇ ਸੀ, ਬਟ ਬਿਜ਼ਨਸ ਕੁਡ ਨਾਟ ਅਫੋਰਡ ਅਸ। ਬਿਜ਼ਨਸ ਤਾਂ ਬੰਦ ਹੋ ਗਿਆ ਜੀ। ਤੇ that friction in the head, that bad taste in the, not in the mouth but in the head, will deter them to return into the industry. ਤੇ ਉਹ ਫਿਰ ਮੌਰਗੇਜ ਵਾਲੇ ਕੋਰਸ ਪਾਸੇ ਚਲੇ ਜਾਂਦੇ ਨੇ, ਕੋਈ ਰੀਅਲ ਏਸਟੇਟ ਦਾ ਕੋਰਸ ਕਰ ਲੈਂਦਾ ਹੈ, ਬਿਕਾਜ਼ ਦਿਸ ਇੰਡਸਟਰੀ ਇਜ਼ ਵੈਰੀ ਟ੍ਰਾਂਸਫਰੇਬਲ ਜਿਹੜੀ ਸਕਿੱਲ ਹੁੰਦੀ। ਜਿਵੇਂ ਤੁਸੀਂ ਕਿਹਾ ਕੋਈ ਅਲੱਗ ਤੇ ਚਲਾ ਜਾਂਦਾ। ਇਹਦੇ ਵਿੱਚ ਹੁਣ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਕੈਨੇਡਾ ਇਜ਼ ਅ ਲੈਂਡ ਆਫ ਇਮੀਗ੍ਰੈਂਟਸ। ਸੋ ਜਦੋਂ ਅਸੀਂ ਇਮੀਗ੍ਰੇਸ਼ਨ ਦੇ ਜਾਂ ਸਟੂਡੈਂਟ ਆਉਂਦੇ ਆ ਇੱਥੇ, ਤਾਂ ਜਿਨ੍ਹਾਂ ਦਾ ਇੰਟਰਸਟ ਹੁੰਦਾ ਹਸਪਿਟੈਲਿਟੀਜ਼, ਦੇ ਡੂ ਗੋ ਟੂ ਹਸਪਿਟੈਲਿਟੀ, ਹੋਟਲ ਮੈਨੇਜਮੈਂਟ ਦੇ ਵਿੱਚ ਚਲ ਜਾਂਦੇ ਆ ਉਹ। ਪਰ ਹੁਣ ਅਸੀਂ ਰੀਸੈਂਟਲੀ ਦੇਖਿਆ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੀ ਕੀਤਾ ਆ ਕਿ ਜਿਹਦੇ ਵਿੱਚ ਰੈਸਟੋਰੈਂਟ ਬਿਜ਼ਨਸ ਵੀ ਆਉਂਦਾ ਸੀ, ਹੋਟਲ ਬਿਜ਼ਨਸ ਵੀ ਆਉਂਦਾ ਸੀ, ਉਹ ਨੌਕਸ ਐਕਸਕਲੂਡ ਕਰ ਦਿੱਤੇ ਆ। ਸੋ ਅਜੇ ਤੱਕ ਵੀ ਇਨਕਲੂਡ ਨਹੀਂ ਕੀਤੀਆਂ ਗਈਆਂ। ਐਵਰੀਬਡੀ ਵਾਸ ਥਿੰਕਿੰਗ ਕਿ 2021 ਦੇ ਵਿੱਚ ਨਿਊ ਰੂਲਸ ਆਉਣਗੇ ਤੇ ਸ਼ਾਇਦ ਉਹ ਇਨਕਲੂਡ ਕਰ ਲੈਣ, ਬਟ ਦੇ ਆਰ ਸਟਿਲ ਐਕਸਕਲੂਡਡ। ਹੁਣ ਜਿਹੜੇ ਲੋਕਾਂ ਨੂੰ ਉਹਨਾਂ ਨੇ ਰਾਏ ਦੇਣੀ ਹੈ ਜਾਂ ਉਹਨਾਂ ਨੇ ਉਹਨਾਂ ਨੂੰ ਸਲਾਹ ਦੇਣੀ ਹੈ ਕਿ ਓਕੇ ਤੁਸੀਂ ਆਣਾ ਇੱਥੇ, ਤਾਂ ਤੁਸੀਂ ਇੱਥੇ ਆ ਕੇ ਇਹ ਬਿਜ਼ਨਸ ਨਾ ਲਿਓ ਕਿਉਂਕਿ ਇਹਦੇ ਤੇ ਕੁਝ ਵੀ ਹੋ ਸਕਦਾ ਆ ਤੇ ਤੁਹਾਨੂੰ ਅੱਗੇ ਆ ਕੇ ਇੱਥੇ, ਕਿਉਂਕਿ ਜੇ ਤੁਸੀਂ ਪਰਮਾਨੈਂਟ ਫਾਈਲ ਕਰਨਾ ਹੈ ਤਾਂ ਉਹਦੇ ਲਈ ਵੀ ਤੁਹਾਨੂੰ ਜਿਹੜਾ ਹੈ ਬਹੁਤ ਜ਼ਿਆਦਾ ਔਖਾ ਹੋ ਜਾਣਾ ਹੈ। ਸੋ ਇਹ ਵੀ ਇੱਕ ਰੀਜ਼ਨ ਅੱਗੇ ਜਾ ਕੇ ਆ ਸਕਦਾ, ਕਿਉਂਕਿ ਬਹੁਤ ਸਾਰੇ ਅਸੀਂ ਦੇਖਿਆ ਹੈਗਾ ਕਿ ਜਦੋਂ ਅਸੀਂ ਪਰਮਾਨੈਂਟ ਐਪਲੀਕੇਸ਼ਨਸ ਲਗਾਉਂਦੇ ਹਾਂ ਤਾਂ ਰੈਸਟੋਰੈਂਟ ਇੰਡਸਟਰੀਜ਼ ਦੇ ਵਿੱਚ ਬਹੁਤ ਲੋਕ ਕੰਮ ਕਰਦੇ ਆ। ਬਿਲਕੁਲ, ਵੈਰੀ ਟਰੂ। ਉਹਦਾ ਅਸੀਂ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਆ, ਰੈਸਟੋਰੈਂਟ ਐਸੋਸੀਏਸ਼ਨ ਹੈਗੀ, ਉਹ ਬਹੁਤ ਜ਼ੋਰ ਲਾ ਰਹੀ ਹੈ ਇਸ ਪਰ ਕਿ ਸਾਡਾ ਜਿਹੜਾ ਸ਼ਾਰਟਫਾਲ ਹੈਗਾ ਉਹ ਬਹੁਤ ਜ਼ਿਆਦਾ ਹੋ ਜਾਣਾ, ਸਪੈਸ਼ਲੀ ਵਿਦ ਦ ਬ੍ਰੇਨ ਡਰੇਨ ਦੈਟ ਹੈਜ਼ ਹੈਪਨਡ ਆਫਟਰ ਕੋਵਿਡ।
ਤੇ ਉਹਦੇ ਵਾਸਤੇ ਸਾਡੇ ਕੋਲ ਹਿਊਮਨ ਕੈਪੀਟਲ ਇੰਨਾ ਜ਼ਿਆਦਾ ਨਹੀਂ ਹੈਗਾ ਮਾਰਕੀਟ 'ਚ। ਲੋਕਾਂ ਨੇ ਬਹੁਤ ਜ਼ਿਆਦਾ ਪ੍ਰੋਫੈਸ਼ਨਸ ਚੇਂਜ ਕਰ ਲਏ ਨੇ, ਸਪੈਸ਼ਲੀ ਆਫਟਰ ਕੋਵਿਡ, ਜਿੱਥੇ ਇੱਕ ਚੀਜ਼ ਹੁੰਦੀ ਹੈ ਗੋਸਟ ਕਿਚਨ ਜਿਹਨੂੰ ਬੋਲਦੇ, ਮਤਲਬ ਇਟਸ ਦ ਹੋਲ ਕਿਚਨ ਇਜ਼ ਪ੍ਰੋਡਿਊਸਿੰਗ 20 ਡਿਫਰੈਂਟ ਟਾਈਪਸ ਆਫ ਮੈਨਿਊਜ਼। ਉਹ ਆਨਲਾਈਨ ਵੇਚਦੇ ਨੇ, ਫਿਰ ਉਹ ਉਬਰ ਈਟਸ ਤੋਂ ਵੇਚਦੇ ਨੇ ਜਾਂ ਸਕਿਪ ਦ ਡਿਸ਼ਸ ਤੋਂ ਵੇਚਦੇ ਨੇ। ਜੀ ਜੀ ਉਸ ਪਾਸੇ ਉਸ ਇੰਡਸਟਰੀ ਨੂੰ ਸਾਈਡ ਤੇ ਕਰਕੇ, ਜੇ ਇਫ ਯੂ ਟਾਕ ਅਬਾਊਟ ਦ ਕਨਵੈਨਸ਼ਨਲ ਰੈਸਟੋਰੈਂਟ ਆਊਟਸਾਈਡ ਮੇਨ ਜਿਹੜਾ ਸਾਡਾ ਵੈਨਕੂਵਰ ਦਾ ਏਰੀਆ ਹੈ, ਉਹ ਥੋੜਾ ਜਿਹਾ 3 ਘੰਟੇ ਦੀ ਡਰਾਈਵ ਤੇ ਚਲੇ ਜਾਓ ਤੇ ਕਲੋਨਾ ਤੋਂ ਸਟਾਰਟ ਕਰ ਲਓ। ਐਵਰੀ ਈਅਰ ਜਿਹੜੇ ਰੈਸਟੋਰੈਂਟ ਮਈ ਚ ਖੁੱਲਣੇ ਚਾਹੀਦੇ ਸੀ ਬਿਕਾਜ਼ ਆਫ ਸੀਜ਼ਨ ਇਜ਼ ਕਮਿੰਗ, ਦੇ ਆਰ ਨਾਟ ਡਿਲੇਡ ਅੰਟਿਲ ਜੁਲਾਈ। ਸ਼ਾਰਟਫਾਲ ਯੈਸ ਕਿਸੇ ਵੀ ਰੈਸਟੋਰੈਂਟ ਦੀ, ਮਤਲਬ ਮੈਂ ਆਪਣੀ ਆਬਜ਼ਰਵੇਸ਼ਨ ਦੱਸ ਰਿਹਾ, ਆਈ ਹੈਵ ਟਰੈਵਲਡ ਓਵਰ 20,000 ਕਿਲੋਮੀਟਰਸ ਡਰਾਈਵ ਕੀਤੀ ਹੈ ਮੈਂ ਫॉर द ਲਾਸਟ 1 ਈਅਰ ਜਸਟ ਟੂ ਆਬਜ਼ਰਵ ਦਿਸ। ਤੇ ਕਲੋਨਾ ਚ ਐਵਰੀ ਰੈਸਟੋਰੈਂਟ ਵਿੰਡੋ ਹੈਜ਼ ਹਾਇਰਿੰਗ ਨਾਓ ਦ ਸਾਈਨ and it stays there throughout the season every year। ਵਾਓ। ਇੰਨੀ ਜ਼ਿਆਦਾ shortfall ਹੈਗੀ ਹੈ ਇਮੀਗ੍ਰੇਸ਼ਨ ਨੂੰ ਕਰਕੇ। I'm not, unfortunately, I'm not an expert on immigration, ਤੇ ਮੈਂ ਉਸ ਬਾਰੇ 'ਚ ਨਹੀਂ ਗੱਲ ਕਰ ਸਕਦਾ, but as a consultant for the industry I could tell you that if there are 10 people, there are 16 or 17 jobs of the industry, just ਥੋੜਾ ਜਿਹਾ ਬਾਹਰ ਨਿਕਲ ਗਿਆ। ਜੀ ਜੀ ਬਿਲਕੁਲ। ਤੇ ਅਸਲ ਲੋੜ ਇਸ ਚੀਜ਼ ਦੀ ਹੈਗੀ ਕਿ ਬਿਜ਼ਨਸ ਓਨਰਸ ਨੂੰ ਆਪਣੇ ਆਪ ਨੂੰ ਸਟੇਬਲਾਈਜ਼ ਕਰਨਾ, ਦੈਟਸ ਸਟੈਪ 1। ਉਹਦੇ ਵਿੱਚ ਉਹ ਰੀਪਲਾਨ ਕਰਨ, ਆਪਣੇ ਆਪ ਨੂੰ ਕੰਸੋਲੀਡੇਟ ਕਰਨ। ਇਹਦੇ ਵਾਸਤੇ ਕੋਈ ਵੱਡੀ ਅਮਾਉਂਟ ਕੈਪੀਟਲ ਦੀ ਲੋੜ ਨਹੀਂ ਹੈਗੀ ਹੈ, ਜਸਟ ਨੀਡ ਟੂ ਚੇਂਜ ਦ ਵੇ ਯੂ ਥਿੰਕ। ਐਂਡ ਗਵਰਨਮੈਂਟ ਇਜ਼ देयर ਫॉर ਯੂ। ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਫੰਡਿੰਗ ਵੀ ਦਿੱਤੀਆਂ ਹੋਈਆਂ ਨੇ। ਮੈਨੀ ਪੀਪਲ ਨੋ ਅਬਾਊਟ ਇਟ, ਬਟ ਮੈਨੀ ਪੀਪਲ ਉਹਨਾਂ ਨੂੰ ਨਹੀਂ ਪਤਾ ਕਿ ਕੀ ਕੁਝ ਫੰਡਿੰਗ ਆ ਰਹੀ ਹੈ ਗਵਰਨਮੈਂਟ ਦੀ। Correct. This is what we do. We plan out the whole action plan for them from the government funding to BDC ਨੂੰ ਅਸੀਂ ਸਾਡੇ contacts ਅਸੀਂ ਜਾਣਦੇ ਹਾਂ how do we get to that point where they can be they can take advantage of government support। ਲੇਕਿਨ ਅੱਗੇ ਜਿਹੜੀ ਗੱਲ ਮੈਂ ਕੀਤੀ ਸੀ, ਸਭ ਤੋਂ ਪਹਿਲਾਂ ਮਾਈਂਡਸੈਟ, that is the fundamental। ਸੋ ਬਹੁਤ ਵਧੀਆ ਅੱਜ ਤੁਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਮਿਸਟਰ ਹਸਨ। ਤੇ ਕੀ ਤੁਹਾਡਾ, ਜਿੱਦਾਂ ਤੁਸੀਂ ਮੈਨੂੰ ਪਤਾ ਮੈਸੇਜ ਤਾਂ ਤੁਸੀਂ ਦੇ ਦਿੱਤਾ ਹੈ ਕਿ ਪਹਿਲਾਂ ਤੁਹਾਨੂੰ ਮਾਈਂਡ ਸੈਟ ਕਰਨਾ ਪੈਂਦਾ, ਪਰ ਫਿਰ ਵੀ ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਜਿਨ੍ਹਾਂ ਦੇ ਬਿਜ਼ਨਸ ਇਫੈਕਟ ਹੋਏ ਆ ਲੌਂਗ ਟਰਮ ਦੇ ਲਈ? ਦੇਖੋ, ਸਭ ਤੋਂ ਪਹਿਲੇ ਤਾਂ ਆਪਣੀ ਪਹਿਲੇ ਜ਼ਮਾਨੇ 'ਚ, ਪਹਿਲੇ ਜ਼ਮਾਨੇ 'ਚ ਮੈਂ ਕਹਿਣਾ ਮਤਲਬ ਬਿਫੋਰ ਕੋਵਿਡ, ਨਾਟ ਲਾਈਕ 1856 ਬਟ ਬਿਫੋਰ ਕੋਵਿਡ, ਹੁੰਦਾ ਸੀ ਕਿ ਅਸੀਂ ਪ੍ਰੋਫਿਟ ਨੂੰ ਪਹਿਲੇ ਦੇਖਦੇ ਸੀ। ਤੇ ਮੇਰੀ ਸਲਾਹ ਹੈ ਕਿ ਕਾਸਟ ਨੂੰ ਪਹਿਲੇ ਦੇਖੋ। ਪਹਿਲੇ ਅਸੀਂ ਦੇਖਦੇ ਸੀ ਗ੍ਰੋਸ ਆਪਰੇਟਿੰਗ ਪ੍ਰੋਫਿਟ, ਇਹਦਾ ਅਸੀਂ ਚੱਲਦੇ ਸੀ ਕਿ ਸਾਡਾ ਪ੍ਰੋਫਿਟ ਕੀ ਹੋਣਾ ਚਾਹੀਦਾ ਐਟ ਦੀ ਐਂਡ। ਹੁਣ ਗ੍ਰੋਸ ਆਪਰੇਟਿੰਗ ਕਾਸਟ ਨੂੰ ਪਹਿਲੇ ਤੁਸੀਂ ਸਿੱਖੋ। ਜਿਹੜੀ ਫਿਕਸ ਕਾਸਟ ਹੈਗੀ ਉਹਨੂੰ ਘਟਾਓ ਤੇ ਵੇਰੀਏਬਲ ਕਾਸਟ ਨੂੰ ਚੱਲਣ ਦਿਓ, ਕਿਉਂਕਿ ਰੈਵਨਿਊ ਦੇ ਨਾਲ ਅਟੈਚ ਹੁੰਦੀ ਹੈ। ਤੇ ਰੈਂਟ ਜਿਵੇਂ ਹੈਗਾ ਫਿਕਸ ਕਾਸਟ ਹੈਗੀ ਹੈ ਜੀ। ਜੇ ਤੁਸੀਂ ਆਪਣੇ ਰੈਸਟੋਰੈਂਟ ਦੀ ਕਿਚਨ ਨੂੰ ਵੱਡਾ ਕਰ ਸਕਦੇ ਹੋ, ਉਹ ਕਰੋ, ਵੱਡਾ ਕਰੋ। ਤੇ ਰੈਸਟੋਰੈਂਟ ਦੇ ਮੈਨਿਊਜ਼ ਨੂੰ ਵੱਡਾ ਕਰੋ ਤੇ ਮੈਨਿਊਜ਼ ਆਨਲਾਈਨ ਆਪਣਾ ਵੇਚੋ। ਗੈਸਟ ਰਿਵਿਊਜ਼ ਦੇ ਉੱਤੇ ਥੋੜੀ ਜਿਹੀ ਤਵੱਜੋ ਕਰੋ। ਲੋਕਾਂ ਨੂੰ ਸੈਟੀਸਫਾਈ ਕਰਨਾ ਤੇ ਬਹੁਤ ਸਾਰੇ ਟੈਕਨੀਕਲ ਤਰੀਕੇ ਹੈਗੇ, ਬਹੁਤ ਸਾਰੇ, ਉਹ ਸਾਰੇ ਸਾਡੇ ਕੋਲ ਮੌਜੂਦ ਨੇ। ਸਾਡੇ ਮਤਲਬ ਇਟ ਕਮਸ ਅੰਡਰ ਵਨ ਅੰਬ੍ਰੇਲਾ। ਤੇ ਸਭ ਤੋਂ ਵੱਡਾ ਜਿਹੜਾ ਮੈਸੇਜ ਹੁੰਦਾ ਉਹ ਹੈ ਕਿ ਡੋਂਟ ਲੂਜ਼ ਹੋਪ। ਯੈਸ, hope is everything। That's true, that's true। Thank you Mr. Hassan for sharing all the information। Pleasure, thank you so much। ਸੋ ਅੱਜ ਗੱਲਬਾਤ ਹੋਈ ਰੈਸਟੋਰੈਂਟ ਬਿਜ਼ਨੈਸਿਸ ਦੇ ਬਾਰੇ ਕਿ ਰੈਸਟੋਰੈਂਟ ਬਿਜ਼ਨੈਸਿਸ ਨੂੰ ਲੌਂਗ ਟਰਮ ਦੇ ਲਈ ਸੋਚਣ ਦੇ ਲਈ ਕੀ ਕਰਨਾ ਚਾਹੀਦਾ ਹੈ। ਐਜ਼ ਮਿਸਟਰ ਹਸਨ ਸੈਡ ਕਿ ਮਾਈਂਡਸੈਟ ਬਣਾਉਣਾ ਚਾਹੀਦਾ ਤੇ ਬਹੁਤ ਸਾਰੇ ਜਿਹੜੇ ਹੁਣ ਤਰੀਕੇ ਡਿਫਰੈਂਟ ਹੋ ਗਏ ਆ ਮਾਰਕੀਟ ਦੇ ਵਿੱਚ, ਅਸੀਂ ਕਿਸ ਤਰ੍ਹਾਂ ਰਹਿ ਸਕਦੇ ਆ ਉਹਨੂੰ ਦੇਖਣ ਦੇ ਲਈ ਪਹਿਲਾਂ ਸਾਨੂੰ ਸਾਰਾ ਕੁਝ ਸੋਚਣਾ ਪੈਣਾ, ਬੈਠ ਕੇ ਪਲਾਨ ਕਰਨਾ ਪੈਣਾ ਤੇ ਫਿਰ ਐਗਜ਼ੀਕਿਊਟ ਕਰ ਸਕਦੇ ਆ। ਤੇ ਕੋਈ ਵੀ ਅਜਿਹੀ ਸਿਚੁਏਸ਼ਨ ਨਹੀਂ ਜਿਸ ਤੋਂ ਅਸੀਂ ਬਾਹਰ ਨਹੀਂ ਨਿਕਲ ਸਕਦੇ। ਸੋ ਬਿਜ਼ਨਸ ਕਨੈਕਟ ਦਾ ਮਤਲਬ ਇਹੀ ਹੈ ਕਿ ਤੁਹਾਡੇ ਨਾਲ ਡਿਫਰੈਂਟ ਤਰ੍ਹਾਂ ਦੀਆਂ ਪਰਸਨੈਲਿਟੀਜ਼ ਨੂੰ ਮਿਲਾਇਆ ਜਾਵੇ ਤੇ ਬਿਜ਼ਨੈਸਿਸ ਦੇ ਵਿੱਚ ਕੀ ਕੁਝ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਹੋਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।